ਧੰਨ ਵਾਹਿਗੁਰੂ ਸਾਹਿਬ ਜੀਓ। ਅਸੁਣ ਪ੍ਰੇਮ ਉਮਾੜਾ, ਕਿਉ ਮਿਲਿਐ ਹਰਿ ਜਾਏ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ। ਅਸੁਣ ਪ੍ਰੇਮ ਉਮਾੜਾ, ਕਿਉ ਮਿਲਿਐ ਹਰਿ ਜਾਏ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ, ਹਾਂ ਤਿਨ ਕੈ ਲਾਗਾਂ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਅਗਾਏ। ਆਪ ਤਿਆਗ ਬਿਨਤੀ ਕਰਹਿ, ਲਿਹ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆਂ, ਸੇ ਵਿਛੁੜ ਕਤਹਿ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਏ। ਅਸੂ ਸੁਖੀ ਵਸੰਦੀਆਂ, ਜਿਨਾ ਮਾਇਆ ਹਰਿ ਰਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਏ। ਅਸੂ ਸੁਖੀ ਵਸੰਦੀਆਂ, ਜਿਨਾ ਮਾਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗਰੀਬ ਨਵਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੜੇ ਹੀ ਅਦਬ ਸਹਿਤ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰਾਂ ਦੀ ਮਹਾਨ ਕਿਰਪਾਲਤਾ ਦੇ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬਹੁਤ ਸਤਿਕਾਰਯੋਗ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ, ਤਿਨਾਂ ਦੇ ਪਾਸੋਂ ਆਪ ਜੀ ਆਸਾ ਕੀ ਵਾਰ ਪਾਵਨ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਸੀ। ਆਓ ਸਾਧ ਸੰਗਤ, ਅੱਜ ਅੱਸੂ ਦਾ ਮਹੀਨਾ ਆਰੰਭ ਹੋਇਆ ਹੈ ਅਤੇ ਪਵਿੱਤਰ ਬਾਣੀ 12 ਮਾਹਾਂ ਦੇ ਅੰਦਰ
ਸਤਿਗੁਰੂ ਪਾਤਸ਼ਾਹ ਜੀ ਨੇ ਇਸ ਮਹੀਨੇ ਦੇ ਰਾਹੀਂ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਉਪਦੇਸ਼ ਨੂੰ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਤੋ ਜਿਸ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਆਓ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਸੀਸ ਝੁਕਾਓ। ਰਸਨਾ ਪਵਿੱਤਰ ਕਰਨ ਲਈ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਮਾਝ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਇਸ 12ਵਾਂ ਬਾਣੀ ਦੇ ਵਿੱਚ ਅੱਸੂ ਦੇ ਮਹੀਨੇ ਦੇ ਰਾਹੀਂ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਦੀ ਜੁਗਤ ਸਮਝਾਉਂਦੇ ਨੇ, ਕਿਉਂਕਿ ਜਿਹੜਾ ਪਿਛਲਾ ਮਹੀਨਾ ਬਤੀਤ ਹੋਇਆ ਹੈ, ਭਾਦਰੋਂ ਦਾ ਮਹੀਨਾ, ਭਾਦਰੋਂ ਦੇ ਮਹੀਨੇ ਦੇ ਵਿੱਚ ਸਾਹਿਬ ਜੀ ਕਹਿੰਦੇ ਜੀਵ ਰੂਪ ਇਸਤਰੀ ਉਹ ਭਰਮ ਦੇ ਵਿੱਚ ਪੈ ਗਈ, ਪਤੀ ਪਰਮੇਸ਼ਰ ਨੂੰ ਭੁੱਲ ਗਈ, ਸੰਸਾਰ ਦੇ ਨਾਲ ਚਿੱਤ ਜੋੜ ਲਿਆ, ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਕੀਤੇ ਪਰ ਕਿਸੇ ਲੇਖੇ ਨਾ ਪਏ। ਕਿਉਂਕਿ ਕੇਵਲ ਬਾਹਰੀ ਤੌਰ ਤੇ ਸ਼ਿੰਗਾਰ ਕਰਨ ਦੇ ਨਾਲ ਹੀ ਪਤੀ ਨਹੀਂ ਰੀਝਦਾ, ਜੇ ਅੰਦਰ ਪ੍ਰੇਮ ਨਾ ਹੋਵੇ ਤਾਂ। ਸਾਰੀ ਖੇਡ ਪ੍ਰੇਮ ਦੀ ਹੈ। ਦੁਨੀਆ ਦੇ ਅੰਦਰ ਵੀ ਆਪਾਂ ਵੇਖਦੇ ਹਾਂ, ਦੁਨਿਆਵੀ ਰਿਸ਼ਤੇ ਨਾਤੇ ਵੀ ਪ੍ਰੇਮ ਤੋਂ ਬਿਨਾ, ਪ੍ਰੀਤ ਤੋਂ ਬਿਨਾ, ਪਿਆਰ ਤੋਂ ਬਿਨਾ ਬਹੁਤੀ ਦੇਰ ਚੱਲਦੇ ਨਹੀਂ। ਵਿਖਾਵੇ ਮਾਤਰ ਤੁਸੀਂ ਜਿੰਨੇ ਮਰਜ਼ੀ ਅਡੰਬਰ ਕਰੋ, ਪਰ ਜੇ ਅੰਦਰ ਪ੍ਰੇਮ ਨਾ ਹੋਵੇ, ਪਿਆਰ ਨਾ ਹੋਵੇ, ਤੇ ਰਿਸ਼ਤਾ ਬਹੁਤੀ ਦੇਰ ਨਿਭ ਨਹੀਂ ਸਕਦਾ। ਜਿੱਥੇ ਪ੍ਰੇਮ ਪਿਆਰ ਹੈ, ਉੱਥੇ ਵਿਖਾਵੇ ਕਰਨ ਦੀ, ਬਹੁਤੇ ਅਡੰਬਰ ਕਰਨ ਦੀ ਲੋੜ ਨਹੀਂ ਪੈਂਦੀ। ਪਰ ਸੰਸਾਰ ਦੇ ਵਿੱਚ ਆਪਾਂ ਵੇਖਦੇ ਆ, ਪਿਆਰ ਦੀ ਥਾਵੇਂ, ਪ੍ਰੀਤ ਦੀ ਥਾਵੇਂ ਲੋਕ ਬਹੁਤਾ ਵਿਖਾਵਾ ਤੇ ਅਡੰਬਰ ਕਰਦੇ ਨੇ। ਤੋ ਇਸੇ ਤਰ੍ਹਾਂ ਪਰਮਾਰਥ ਦੇ ਖੇਤਰ ਵਿੱਚ ਵੀ ਹਜ਼ੂਰ ਨੇ ਕਿਰਪਾ ਕੀਤੀ, ਵਿਖਾਵੇ ਨੂੰ ਕੋਈ ਥਾਂ ਨਹੀਂ, ਭੇਖ ਨੂੰ ਕੋਈ ਥਾਂ ਨਹੀਂ ਹੈ। ਭਾਵੇਂ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਭੇਖ ਬਣਾਏ ਨੇ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ, ਪਰ ਆਪਾਂ ਕਲਗੀਧਰ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਭਾਵੇਂ ਕੋਈ ਮਨੁੱਖ ਬਗਲ ਸਮਾਧੀ ਲਾ ਕੇ ਤੀਰਥਾਂ ਤੇ ਬੈਠਾ ਹੋਇਆ ਹੈ, ਭਾਵੇਂ ਕੋਈ ਦਸੰਤਰਾਂ ਦਾ ਰਟਨ ਕਰਦਾ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਇੱਕੇ ਗੱਲ ਦੇ ਵਿੱਚ ਨਵੇੜਾ ਕਰ ਦਿੱਤਾ। ਮਹਾਰਾਜ ਕਹਿੰਦੇ ਨੇ, ਸਾਚ ਕਹੂੰ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਜਿੰਨੇ ਕੋਈ ਮਰਜ਼ੀ ਅਡੰਬਰ ਕਰੀ ਜਾਏ, ਕੋਈ ਤੀਰਥਾਂ ਤੇ ਨਹਾਉਂਦਾ ਏ, ਕੋਈ ਹੋਰ ਯਤਨ ਕਰਦਾ ਏ, ਕੋਈ ਬਾਹਰੀ ਭੇਖ ਧਾਰਨ ਕਰਦਾ ਰੱਬ ਨੂੰ ਰਿਝਾਉਣ ਵਾਸਤੇ, ਪਤਿਆਉਣ ਵਾਸਤੇ, ਪਰ ਜੇ ਅੰਦਰ ਪ੍ਰੇਮ ਨਾ ਹੋਵੇ, ਅੰਦਰ ਪ੍ਰੀਤ ਨਾ ਹੋਵੇ, ਤੇ ਬਾਹਰੀ ਵਿਖਾਵੇ ਭੇਖ ਕਿਸੇ ਕੰਮ ਦੇ ਨਹੀਂ। ਤੇ ਮਹਾਰਾਜ ਕਹਿੰਦੇ, ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਹੁਣ ਲੰਘ ਚੁੱਕੇ ਮਹੀਨੇ ਦੀ ਗੱਲ ਸਾਹਿਬ ਨੇ ਕੀਤੀ, ਭਾਦਰੋਂ ਦਾ ਮਹੀਨਾ,
ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਕਹਿੰਦੇ ਜੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪ੍ਰੀਤ ਹੀ ਨਹੀਂ ਬਣੀ, ਪ੍ਰੇਮ ਨਹੀਂ ਬਣਿਆ, ਤੇ ਫਿਰ ਸ਼ਿੰਗਾਰ ਵੀ ਕਿਸੇ ਕੰਮ ਦੇ ਨਹੀਂ। ਤੇ ਬਾਬਾ ਫਰੀਦ ਸਾਹਿਬ ਦੇ ਆਪਾਂ ਬਚਨ ਪੜ੍ਹਦੇ ਆ, ਮਹਾਰਾਜ ਕਹਿੰਦੇ ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਕਹਿੰਦੇ ਜਿਨ੍ਹਾਂ ਨੂੰ ਸਾਹਿਬ ਕਹਿੰਦੇ ਪਰਮੇਸ਼ਰ ਦੇ ਨਾਲ ਪ੍ਰੀਤ ਜਿਨ੍ਹਾਂ ਦੀ ਬਣ ਗਈ ਦਿਲੋਂ, ਜਿਹੜੇ ਮੁਹੱਬਤ ਦਿਲੋਂ ਕਰਦੇ ਨੇ ਉਹੀ ਸੱਚੇ ਕਹੇ ਜਾਂਦੇ ਨੇ। ਜਿਨ੍ਹਾਂ ਦੇ ਮੁਖ ਵਿੱਚ ਕੁਝ ਹੋਰ ਹੈ, ਮਨ ਵਿੱਚ ਕੁਝ ਹੋਰ ਹੈ, ਸਤਿਗੁਰੂ ਕਹਿੰਦੇ ਉਹ ਕੱਚੇ ਹਨ। ਉਹਨਾਂ ਨੂੰ ਕੱਚੇ ਆਖਿਆ ਮਹਾਰਾਜ ਨੇ, ਸੇ ਕਾਂਢੇ ਕੱਚਿਆ, ਉਹ ਕੱਚੇ ਕਹੇ ਜਾਂਦੇ ਨੇ। ਉਹਨਾਂ ਦੀ ਪ੍ਰੀਤ ਸੱਚੀ ਨਹੀਂ। ਤੇ ਜਿਨ੍ਹਾਂ ਦੀ ਪ੍ਰੀਤ ਸੱਚੀ ਨਾ ਹੋਵੇ, ਉਹ ਜਿੰਨੇ ਮਰਜ਼ੀ ਭੇਖ ਤੇ ਵਿਖਾਵੇ ਕਰਨ, ਉਹਨਾਂ ਵਿਖਾਵਿਆਂ ਦੀ, ਉਹਨਾਂ ਭੇਖਾਂ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਤੇ ਸਾਧ ਸੰਗਤ ਭਾਦਰੋਂ ਦੇ ਮਹੀਨੇ ਦੇ ਵਿੱਚ ਭਰਮ ਦੇ ਵਿੱਚ ਭੁੱਲੀ ਹੋਈ ਜੀਵ ਰੂਪ ਇਸਤਰੀ ਨੂੰ ਸਮਝ ਪੈ ਗਈ ਕਿ ਪ੍ਰੇਮ ਤੋਂ ਬਿਨਾ, ਪ੍ਰੀਤ ਤੋਂ ਬਿਨਾ ਗੱਲ ਨਹੀਂ ਬਣੇਗੀ, ਭੇਖ ਦੇ ਨਾਲ ਰੱਬ ਨਹੀਂ ਰੀਝਦਾ। ਕਹਿੰਦੇ ਫਿਰ ਪਰਮੇਸ਼ਰ ਦੇ ਮਿਲਾਪ ਦੇ ਲਈ ਅੰਦਰ ਪ੍ਰੇਮ ਪੈਦਾ ਹੋ ਗਿਆ। ਪ੍ਰੇਮ ਤੇ ਪ੍ਰੇਮ ਵੀ ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਅਸੁਨ ਪ੍ਰੇਮ ਉਮਹੜਾ। ਉਮਹੜਾ ਦਾ ਅਰਥ ਹੈ ਉਛਾਲਾ ਆ ਜਾਣਾ। ਕਹਿੰਦੇ ਅੰਦਰ ਪ੍ਰੇਮ ਦਾ ਉਛਾਲ ਆ ਗਿਆ, ਬਹੁਤ ਜ਼ਿਆਦਾ ਪ੍ਰੇਮ ਅੰਦਰ ਪੈਦਾ ਹੋਇਆ। ਤੇ ਇਹ ਸਵਾਲ ਵੀ ਮਨ ਵਿੱਚ ਪੈਦਾ ਹੋਇਆ, ਕਿਉਂ ਮਿਲੀਐ ਹਰ ਜਾਏ। ਕਿਉਂ ਦਾ ਭਾਵ ਹੈ ਕਿਵੇਂ। ਅੰਦਰ ਪ੍ਰੇਮ ਪੈਦਾ ਹੋਇਆ ਪਰਮੇਸ਼ਰ ਦੇ ਮਿਲਾਪ ਦੇ ਲਈ। ਤੇ ਨਾਲ ਇਹ ਸਵਾਲ ਵੀ ਹੈ ਕਿ ਕਿਵੇਂ ਮਿਲਿਆ ਜਾ ਸਕਦਾ ਵਾਹਿਗੁਰੂ ਨੂੰ, ਕਿਸ ਢੰਗ ਦੇ ਨਾਲ ਮਿਲੀਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਕਹਿੰਦੇ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਬਹੁਤ ਜ਼ਿਆਦਾ ਪਿਆਸ ਪੈਦਾ ਹੋਈ ਅਤੇ ਇਹ ਅਰਦਾਸ ਕੀਤੀ, ਕੋਈ ਆਣ ਮਿਲਾਵੇ ਮਾਏ। ਕੋਈ ਰੱਬ ਦਾ ਪਿਆਰਾ ਕਿਰਪਾ ਕਰਕੇ ਮੈਨੂੰ ਵੀ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਦੇਵੇ। ਮੇਰੇ ਮਨ ਵਿੱਚ ਵੀ ਹੁਣ ਬਹੁਤ ਉਛਾਲਾ ਪੈਦਾ ਹੋਇਆ ਪ੍ਰੇਮ ਦਾ, ਮਿਲਾਪ ਦੇ ਲਈ ਤੜਪ ਪੈਦਾ ਹੋਈ ਹੈ। ਤੋ ਜਿੰਨੀ ਦੇਰ ਮਨੁੱਖ ਨੂੰ ਵਿਛੋੜੇ ਦਾ ਅਹਿਸਾਸ ਨਹੀਂ ਹੁੰਦਾ, ਉਨੀ ਦੇਰ ਮਿਲਾਪ ਦੇ ਲਈ ਮਨੁੱਖ ਯਤਨ ਨਹੀਂ ਕਰਦਾ। ਮਿਲਾਪ ਦੇ ਲਈ ਯਤਨ ਉਦੋਂ ਕਰੇਗਾ ਜਦੋਂ ਵਿਛੋੜੇ ਦਾ ਅਹਿਸਾਸ ਹੋਇਆ। ਤੇ ਪਹਿਲੀ ਗੱਲ ਇਹ ਹੈ ਕਿ ਮਨੁੱਖ ਨੂੰ ਵਿਛੋੜੇ ਦਾ ਅਹਿਸਾਸ ਨਹੀਂ ਹੋ ਰਿਹਾ, ਕਿਉਂਕਿ ਇਸ ਸੰਸਾਰ ਦੇ ਰੰਗ ਤਮਾਸ਼ੇ ਇਸ ਤਰ੍ਹਾਂ ਦੇ ਨੇ, ਇਹਦੇ ਵਿੱਚ ਇੰਨਾ ਜ਼ਿਆਦਾ ਫਸਿਆ ਹੋਇਆ, ਇਹਨੂੰ ਪਤਾ ਨਹੀਂ ਲੱਗ ਰਿਹਾ ਕਿ ਮੇਰਾ ਵਿਛੋੜਾ ਪੈ ਚੁੱਕਾ ਹੈ। ਇਹ ਸੰਸਾਰ ਦੇ ਰੰਗੀਨੀਆਂ ਦੇ ਵਿੱਚ, ਰੰਗ ਤਮਾਸ਼ਿਆਂ ਵਿੱਚ ਇੰਨਾ ਫਸਿਆ ਹੋਇਆ ਹੈ। ਤੇ ਜਦੋਂ ਪਤਾ ਲੱਗ ਜਾਂਦਾ ਕਿ ਮੇਰਾ ਵਿਛੋੜਾ ਪਿਆ ਹੈ ਤੇ ਮੈਂ ਮਿਲਣਾ ਹੈ, ਉਦੋਂ ਫਿਰ ਇਹ ਤਰਲੇ ਲੈਂਦਾ, ਯਤਨ ਕਰਦਾ ਹੈ। ਉਦੋਂ ਫਿਰ ਸੰਸਾਰ ਦੇ ਰੰਗ ਤਮਾਸ਼ੇ ਇਹਨੂੰ ਚੰਗੇ ਨਹੀਂ ਲੱਗਦੇ। ਬਿਲਕੁਲ ਉਸ ਛੋਟੇ ਜਿਹੇ ਬੱਚੇ ਵਰਗੀ ਹਾਲਤ ਹੈ ਮਨੁੱਖ ਦੀ, ਜਿਹੜਾ ਪਿਤਾ ਦੇ ਨਾਲ ਮੇਲਾ ਵੇਖਣ ਗਿਆ ਤੇ ਪਿਤਾ ਨੇ ਇੱਕ ਗੱਲ ਵਾਰ-ਵਾਰ ਕਹੀ ਕਿ ਮੇਲੇ ਵਿੱਚ ਭੀੜ ਬਹੁਤ ਹੁੰਦੀ ਹੈ, ਮੇਰੇ ਨਾਲ ਨਾਲ ਰਹੀਂ, ਮੇਰਾ ਹੱਥ ਨਾ ਛੱਡੀ। ਤੇ ਬੱਚਾ ਕਹਿੰਦਾ ਜੀ ਠੀਕ ਹੈ। ਹੁਣ ਜਦੋਂ ਮੇਲੇ ਵਿੱਚ ਬੱਚਾ ਪਹੁੰਚ ਗਿਆ
ਪਿਤਾ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਹੁਣ ਧਿਆਨ ਵਿੱਚ ਨਹੀਂ ਰੱਖਿਆ। ਮੇਲੇ ਦੇ ਵਿੱਚ ਇੰਨਾ ਜ਼ਿਆਦਾ ਖੁੱਭ ਗਿਆ ਕਿ ਪਿਤਾ ਦਾ ਪੱਲਾ, ਪਿਤਾ ਦਾ ਹੱਥ ਛੱਡ ਦਿੱਤਾ, ਪਿਤਾ ਤੋਂ ਅਲੱਗ ਹੋ ਗਿਆ। ਕਿੰਨਾ ਹੀ ਚਿਰ ਘੁੰਮਦਾ ਰਿਹਾ ਮੇਲੇ ਦੇ ਵਿੱਚ, ਅਜੇ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਮੈਂ ਪਿਤਾ ਤੋਂ ਵਿਛੜ ਗਿਆ। ਮੇਲੇ ਵਿੱਚ ਘੁੰਮਦਾ ਕਈ ਚੀਜ਼ਾਂ ਵੇਖਦਾ ਏ ਤੇ ਕਰਦਿਆਂ ਕਰਦਿਆਂ ਜਦੋਂ ਇਹ ਗੱਲ ਦਾ ਪਤਾ ਲੱਗਾ ਕਿ ਮੈਂ ਪਿਤਾ ਤੋਂ ਵਿਛੜ ਗਿਆ, ਵਿਛੋੜਾ ਪੈ ਗਿਆ ਏ, ਤੇ ਉਹ ਬੱਚਾ ਫਿਰ ਰੋਣ ਲੱਗ ਪਿਆ। ਉਹਨੂੰ ਹੁਣ ਮੇਲੇ ਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਰੋਣ ਲੱਗ ਪਿਆ ਤੇ ਯਤਨ ਕਰਦਾ ਕਿ ਮੇਰਾ ਮਿਲਾਪ ਪਿਤਾ ਦੇ ਨਾਲ ਮੁੜ ਕੇ ਹੋ ਜਾਵੇ। ਉਸ ਰੋਂਦੇ ਨੂੰ, ਵਿਲਕਦੇ ਨੂੰ ਵੇਖ ਕੇ ਸਿਆਣੇ ਬੰਦਿਆਂ ਨੇ ਚੁੱਕਿਆ, ਅਨਾਉਂਸਮੈਂਟ ਕਰਵਾਈ ਕਿ ਇੱਕ ਬੱਚਾ ਜਿਹੜਾ ਏ ਉਹ ਆਪਣੇ ਪਿਤਾ ਨਾਲੋਂ ਵਿਛੜ ਗਿਆ ਤੇ ਫਲਾਣੇ ਥਾਂ ਤੇ ਬੈਠਾ ਏ, ਇੱਥੇ ਆ ਕੇ ਉਹਦਾ ਪਿਤਾ ਉਹਨੂੰ ਮਿਲੇ। ਹੁਣ ਫਿਰ ਪਿਤਾ ਨਾਲ ਮਿਲਾਪ ਹੋਇਆ, ਉਹ ਮੇਲਾ ਫਿਰ ਚੰਗਾ ਲੱਗਣ ਲੱਗ ਪਿਆ, ਪਰ ਵਿਛੜ ਕੇ ਦੁਖਦਾਈ ਹੋ ਗਿਆ। ਸਾਡੀ ਹਾਲਤ ਵੀ ਇਹੋ ਹੀ ਹੈ। ਸੰਸਾਰ ਰੂਪੀ ਮੇਲੇ ਵਿੱਚ ਇੰਨਾ ਜ਼ਿਆਦਾ ਖੁੱਭ ਗਏ, ਵਿਛੋੜੇ ਦਾ ਅਹਿਸਾਸ ਨਹੀਂ ਹੋਇਆ। ਤੇ ਜਿਨ੍ਹਾਂ ਨੂੰ ਅਹਿਸਾਸ ਹੁੰਦਾ ਏ ਉਹ ਮਿਲਾਪ ਦੇ ਲਈ ਫਿਰ ਯਤਨ ਕਰਦੇ ਨੇ। ਉਹਨਾਂ ਅੰਦਰ ਤੜਫ ਪੈਦਾ ਹੁੰਦੀ ਹੈ, ਅੰਦਰ ਉਹਨਾਂ ਦੇ ਪ੍ਰੇਮ ਦਾ ਉਮਾੜਾ ਆਉਂਦਾ ਏ, ਤੇ ਫਿਰ ਉਹਨਾਂ ਅੰਦਰ ਪਿਆਸ ਪੈਦਾ ਹੁੰਦੀ ਦਰਸ਼ਨਾਂ ਦੀ। ਕੋਈ ਆਣ ਮਿਲਾਵੇ ਮਾਏ ਕਿਰਪਾ ਕਰਕੇ, ਕੋਈ ਸਾਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਦੇਵੇ। ਤੇ ਫਿਰ ਮਹਾਰਾਜ ਕਹਿੰਦੇ ਨੇ ਸੰਤ ਸਹਾਈ ਪ੍ਰੇਮ ਕੇ, ਕਹਿੰਦੇ ਮੈਂ ਸੁਣਿਆ ਏ ਜਿਹੜੇ ਸੰਤ ਜਨ ਹੁੰਦੇ ਨੇ ਉਹ ਵਾਹਿਗੁਰੂ ਦੇ ਚਰਨਾਂ ਨਾਲ ਮਿਲਾਪ ਕਰਵਾ ਦਿੰਦੇ ਨੇ, ਉਹ ਸਹਾਈ ਹੁੰਦੇ ਨੇ ਸੰਤ ਜਨ। ਤੇ ਸੰਤ ਦੀ ਜਦੋਂ ਗੱਲ ਆਉਂਦੀ ਹੈ ਫਿਰ ਬੇਨਤੀ ਕਰਦਿਆਂ ਇੱਥੇ ਕਿਸੇ ਭੇਖ ਦਾ ਨਾਮ ਨਹੀਂ। ਜਿਨ੍ਹਾਂ ਸਾਸ ਗਰਾਸ ਨ ਵਿਸਰੇ ਹਰ ਨਾਮਾ ਮਨਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਅੱਠੇ ਪੈਰ ਵਾਹਿਗੁਰੂ ਦੀ ਬੰਦਗੀ ਵਿੱਚ ਲੀਨ ਰਹਿੰਦੇ ਨੇ, ਐਸੇ ਰੱਬ ਦੇ ਰੰਗ ਵਿੱਚ ਰਤੇ ਹੋਏ ਗੁਰਮੁਖ ਜਨ। ਕਹਿੰਦੇ ਜਿਹੜੇ ਆਪ ਸਿਮਰਨ ਦੇ ਅਭਿਆਸੀ ਨੇ, ਜਿਨ੍ਹਾਂ ਅੰਦਰ ਆਪ ਪ੍ਰੇਮ ਹੈ, ਜਿਹੜੇ ਵਿਖਾਵਾ ਨਹੀਂ ਕਰਦੇ, ਕਿਸੇ ਅਡੰਬਰ ਤੇ ਭੇਖ ਤੋਂ ਮੁਕਤ ਨੇ। ਕਹਿੰਦੇ ਮੈਂ ਸੁਣਿਆ ਏ ਉਹ ਗੁਰਮੁਖ ਜਨ ਕਿਰਪਾ ਕਰਕੇ ਵਾਹਿਗੁਰੂ ਦੇ ਚਰਨਾਂ ਨਾਲ ਮਿਲਾਪ ਕਰਵਾਉਂਦੇ ਨੇ। ਤੇ ਬੇਨਤੀ ਕੀਤੀ ਹਉ ਤਿਨ ਕੈ ਲਾਗਾਂ ਪਾਏ, ਕਹਿੰਦੇ ਮੈਂ ਵੀ ਉਹਨਾਂ ਗੁਰਮੁਖਾਂ ਦੇ ਚਰਨੀ ਲੱਗਾ ਤੇ ਮੈਂ ਬੇਨਤੀ ਕਰਾਂਗੀ ਕਿ ਕਿਰਪਾ ਕਰਕੇ ਮੇਰੇ ਤੇ ਤਰਸ ਕਰੋ, ਮੈਨੂੰ ਵੀ ਵਾਹਿਗੁਰੂ ਦੇ ਨਾਲ ਮਿਲਾ ਦਿਓ। ਮੇਰੇ ਮਨ ਵਿੱਚ ਵੀ ਦਰਸ਼ਨਾਂ ਦੀ ਬੜੀ ਪਿਆਸ ਲੱਗੀ ਹੋਈ ਹੈ, ਮੇਰੇ ਅੰਦਰ ਵੀ ਪ੍ਰੇਮ ਦਾ ਉਛਾਲਾ ਆਇਆ ਹੈ। ਤੇ ਸੱਚਮੁੱਚ ਬੰਦਗੀ ਕਰਨ ਵਾਲੀਆਂ ਰੂਹਾਂ, ਭਗਤੀ ਵਿੱਚ ਲੀਨ, ਉਹਨਾਂ ਦੇ ਜੀਵਨ ਵਿੱਚ ਐਸੀ ਕਿਰਪਾ ਹੁੰਦੀ ਹੈ ਜਿੱਥੇ ਉਹ ਆਪ ਰੱਬ ਦੀ ਬੰਦਗੀ ਕਰਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਹੁੰਦੇ ਨੇ। ਉਹ ਹੋਰਨਾਂ ਨੂੰ ਵੀ ਜੋੜਨ ਦੀ ਤਾਕਤ ਰੱਖਦੇ ਨੇ, ਹੋਰਨਾਂ ਨੂੰ ਜੋੜਨ ਦੇ ਲਈ ਵੀ ਸਮਰੱਥ ਹੁੰਦੇ ਨੇ। ਜਿਹੜਾ ਆਪ ਟੁੱਟਿਆ ਹੋਇਆ ਏ ਉਹ ਕਿਸੇ ਨੂੰ ਜੋੜ ਨਹੀਂ ਸਕਦਾ, ਉਹ ਕਿਸੇ ਨੂੰ ਜੋੜ ਨਹੀਂ ਸਕਦਾ। ਸਿੱਖ ਇਤਿਹਾਸ ਪੜ੍ਹੀਏ ਤੇ ਬੜੀਆਂ ਸੋਹਣੀਆਂ ਉਦਾਹਰਨਾਂ ਮਿਲਦੀਆਂ ਨੇ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਸਤਿਗੁਰਾਂ ਦੇ ਚਰਨਾਂ ਦਾ ਭੌਰਾ, ਮਲਸੀਆਂ ਨਗਰ ਦਾ ਇੱਕ ਬੜਾ ਪਿਆਰਾ ਗੁਰਸਿੱਖ ਭਾਈ ਭਗੀਰਥ ਮਹਾਰਾਜ ਦੇ ਚਰਨਾਂ ਦਾ ਭੌਰਾ ਬਣ ਗਿਆ। ਹੁਣ ਭਾਈ ਭਗੀਰਥ ਕੁਝ ਰਸਤ ਪਾਣੀ ਲੈਣ ਵਾਸਤੇ ਲਾਹੌਰ ਜਾਂਦਾ ਹੈ ਤੇ ਲਾਹੌਰ ਦੀ ਧਰਤੀ ਤੇ ਇੱਕ ਵਪਾਰੀ ਰਹਿੰਦਾ ਏ ਮਨ ਸੁਖ। ਹੁਣ ਭਾਈ ਮਨ ਸੁਖ ਜਿਹੜਾ ਸੀ ਬਹੁਤ ਵੱਡਾ ਕਾਰੋਬਾਰੀ ਸੀ, ਵਪਾਰੀ ਸੀ, ਪੈਸੇ ਟਕੇ ਦੀ ਕੋਈ ਕਮੀ ਨਹੀਂ।
ਪਰ ਇਹਦੇ ਜੀਵਨ ਵਿੱਚ ਸੁੱਖ ਨਹੀਂ ਸੀ। ਨਾਮ ਨੇ ਰੱਖਿਆ ਹੋਇਆ ਮਨ ਸੁਖ। ਹੁਣ ਭਾਈ ਭਗੀਰਥ ਜਿਹੜਾ ਆਪ ਗੁਰੂ ਕੇ ਚਰਨਾਂ ਨਾਲ ਜੁੜਿਆ, ਬੰਦਗੀ ਕਰਨ ਵਾਲਾ, ਭਾਣੇ ਵਿੱਚ ਰਹਿਣ ਵਾਲਾ ਸੀ, ਭਾਈ ਭਗੀਰਥ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਭਾਈ ਮਨ ਸੁਖ ਵੀ ਗੁਰੂ ਨਾਨਕ ਦੇ ਚਰਨਾਂ ਦਾ ਭੌਰਾ ਬਣਿਆ। ਇਉਂ ਸੰਤ ਜਨ ਸਹਾਈ ਹੁੰਦੇ ਨੇ। ਜਿਹੜਾ ਆਪ ਜੁੜਿਆ ਹੋਇਆ ਗੁਰੂ ਕੇ ਚਰਨਾਂ ਦੇ ਨਾਲ, ਉਹਨੇ ਅੱਗੇ ਵੀ ਕਿਰਪਾ ਕੀਤੀ, ਹੋਰਨਾਂ ਨੂੰ ਵੀ ਜੋੜਿਆ। ਤੇ ਹੁਣ ਸਾਧ ਸੰਗਤ ਭਾਈ ਮਨ ਸੁਖ, ਜਿਹਦੇ ਕੋਲ ਮਨ ਦਾ ਸੁਖ ਨਹੀਂ ਸੀ, ਧਨ ਦੀ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਜੀਵਨ ਵਿੱਚ ਸੁਖ ਨਹੀਂ ਸਨ, ਭਾਈ ਭਗੀਰਥ ਤੋਂ ਪ੍ਰੇਰਣਾ ਲੈ ਕੇ ਭਾਈ ਭਗੀਰਥ ਦੇ ਰਾਹੀਂ ਭਾਈ ਮਨ ਸੁਖ ਵੀ ਗੁਰੂ ਕਾ ਸਿੱਖ ਬਣਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਜੁੜਿਆ। ਤੇ ਹੁਣ ਭਾਈ ਮਨ ਸੁਖ ਇਹ ਬਹੁਤ ਵੱਡਾ ਵਪਾਰੀ ਸੀ। ਵਪਾਰ ਕਰਨ ਦੇ ਲਈ ਬਹੁਤ ਦੂਰ ਦੂਰ ਤੱਕ ਜਾਂਦਾ ਸੀ। ਇਹਦਾ ਹੁਣ ਮੇਲ ਹੋਇਆ ਏ ਸ਼੍ਰੀ ਲੰਕਾ ਦੇ ਰਾਜੇ ਸ਼ਿਵਨਾਬ ਦੇ ਨਾਲ। ਹੁਣ ਭਾਈ ਮਨ ਸੁਖ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਲੰਕਾ ਦੇ ਰਾਜੇ ਸ਼ਿਵਨਾਬ ਦੇ ਮਨ ਵਿੱਚ ਵੀ ਚਾਅ ਪੈਦਾ ਹੋਇਆ। ਉਹਦੇ ਮਨ ਵਿੱਚ ਵੀ ਉਛਾਲਾ ਪੈਦਾ ਹੋਇਆ ਕਿ ਭਾਈ ਮਨ ਸੁਖ ਦਾ ਜੀਵਨ ਬੜਾ ਪਿਆਰਾ ਏ। ਐਡੀ ਕਿਰਪਾ ਇਹਦੇ ਜੀਵਨ ਵਿੱਚ ਕਿਵੇਂ ਵਰਤੀ? ਤੇ ਪਤਾ ਲੱਗਾ ਕਿ ਇਹ ਕਿਰਪਾ ਗੁਰੂ ਨੇ ਵਰਤਾਈ ਹੈ। ਇਹ ਰਹਿਮਤ ਗੁਰੂ ਦੀ ਹੈ, ਜਿਹੜਾ ਜੀਵਨ ਇੰਨਾ ਆਨੰਦਮਈ ਬਣ ਗਿਆ। ਤੇ ਭਾਈ ਸ਼ਿਵਨਾਬ ਦੇ ਮਨ ਵਿੱਚ ਵੀ, ਰਾਜੇ ਸ਼ਿਵਨਾਬ ਦੇ ਮਨ ਵਿੱਚ ਵੀ ਗੁਰੂ ਨੂੰ ਮਿਲਣ ਦੇ ਲਈ ਤਾਂਘ ਪੈਦਾ ਹੋ ਗਈ, ਚਾਅ ਪੈਦਾ ਹੋ ਗਿਆ ਕਿ ਮੈਂ ਵੀ ਮਿਲਾਂ। ਤੇ ਭਾਈ ਮਨ ਸੁਖ ਨੂੰ ਕਹਿਣ ਲੱਗਾ, ਜੀ ਕਿਰਪਾ ਕਰੋ, ਫਿਰ ਮੇਰਾ ਵੀ ਮਿਲਾਪ ਗੁਰੂ ਨਾਨਕ ਸਾਹਿਬ ਦੇ ਨਾਲ ਕਰਵਾ ਦਿਓ। ਤੇ ਭਾਈ ਮਨ ਸੁਖ ਜੀ ਕਹਿਣ ਲੱਗੇ, ਪਿਆਰਿਆ ਤੂੰ ਮਨ ਵਿੱਚ ਭਾਵਨਾ ਬਣਾ, ਤੇਰੇ ਮਨ ਵਿੱਚ ਪ੍ਰੇਮ ਪੈਦਾ ਹੋ ਜਾਏ ਮਿਲਣ ਦੇ ਲਈ। ਤੇ ਜਦੋਂ ਮਨ ਵਿੱਚ ਪ੍ਰੇਮ ਪੈਦਾ ਹੋ ਜਾਏ, ਭਾਵਨਾ ਬਣ ਜਾਏ, ਤੇ ਫਿਰ ਦੇਰ ਨਹੀਂ ਲੱਗਦੀ, ਸਤਿਗੁਰੂ ਆਪੇ ਤਰਸ ਕਰਨਗੇ, ਤੇਰੇ ਤੇ ਕਿਰਪਾ ਕਰਨਗੇ। ਹੁਣ ਮਨ ਵਿੱਚ ਜਦੋਂ ਪ੍ਰੇਮ ਪੈਦਾ ਹੋ ਗਿਆ, ਗੁਰੂ ਨਾਨਕ ਦੇ ਚਰਨਾਂ ਦੇ ਨਾਲ ਮਿਲਣਾ ਹੈ। ਇਧਰ ਸਾਧ ਸੰਗਤ ਗੁਰੂ ਦੇ ਕੋਲ ਵੀ ਇਹ ਖਬਰ ਪਹੁੰਚੀ ਕਿ ਰਾਜਾ ਸ਼ਿਵਨਾਬ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਬੜੀ ਤਾਂਘ ਲੈ ਕੇ ਬੈਠਾ ਹੋਇਆ। ਤੇ ਸਤਿਗੁਰੂ ਵੀ ਦੇਸਾਂ ਦਸਾਂਤਰਾਂ ਦਾ ਰਟਨ ਕਰਦਿਆਂ ਹੋਇਆ ਸ਼੍ਰੀ ਲੰਕਾ ਦੀ ਧਰਤੀ ਤੇ ਪਹੁੰਚ ਜਾਂਦੇ ਨੇ। ਤੇ ਜਾ ਕੇ ਰਾਜੇ ਸ਼ਿਵਨਾਬ ਨੂੰ ਦਰਸ਼ਨ ਦੇ ਕੇ ਉਹਨੂੰ ਵੀ ਆਤਮਿਕ ਸੁੱਖ ਪ੍ਰਦਾਨ ਕਰਦੇ ਨੇ, ਉਹਦੇ ਜੀਵਨ ਨੂੰ ਵੀ ਸੋਹਣਾ ਬਣਾਉਂਦੇ ਨੇ। ਇਹ ਕਿਰਪਾ ਹੈ ਗੁਰੂ ਦੀ। ਤੇ ਇਹ ਕਿਰਪਾ ਉਦੋਂ ਹੀ ਵਰਤਦੀ ਹੈ ਜਦੋਂ ਅੰਦਰ ਪ੍ਰੇਮ ਪੈਦਾ ਹੋ ਜਾਏ, ਅੰਦਰ ਪਿਆਰ ਪੈਦਾ ਹੋਵੇ। ਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ, ਪਿਆਰ ਪੈਦਾ ਹੋ ਗਿਆ, ਗੁਰੂ ਆਪ ਕਿਰਪਾ ਕਰਕੇ ਉਹਨਾਂ ਤੇ ਆਪ ਤਰਸ ਕਰਕੇ ਆਪਣੇ ਚਰਨਾਂ ਦੇ ਨਾਲ ਮੇਲ ਲੈਂਦੇ ਨੇ। ਤੇ ਸਾਧ ਸੰਗਤ ਇਹ ਪ੍ਰੀਤ ਇੱਕ ਪਾਸੜ ਨਹੀਂ ਹੈ ਵੀ ਤੁਸੀਂ ਪ੍ਰੀਤ ਕਰੋ ਤੇ ਗੁਰੂ ਨਹੀਂ ਕਰੇਗਾ। ਭਾਈ ਗੁਰਦਾਸ ਜੀ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੁਸੀਂ ਭਾਵਨਾ ਬਣਾ ਕੇ ਇੱਕ ਕਦਮ ਚੱਲੋ ਤੇ ਗੁਰੂ ਐਡੀ ਕਿਰਪਾ ਕਰਦਾ, ਕਰੋੜਾਂ ਕਦਮਾਂ ਅੱਗੋਂ ਲੈਣ ਵਾਸਤੇ ਆਉਂਦਾ। ਇਹ ਪ੍ਰੀਤ ਹੈ, ਇਹ ਪ੍ਰੇਮ ਦੀ ਖੇਡ ਹੈ, ਇਹ ਪ੍ਰੀਤ ਦਵੱਲੀ ਹੈ। ਤੁਸੀਂ ਪ੍ਰੀਤ ਕਰੋਗੇ ਤੇ ਗੁਰੂ ਉਹਦੇ ਨਾਲੋਂ ਸੈਂਕੜੇ ਗੁਣਾ ਵਧੇਰੇ ਪ੍ਰੀਤ ਤੁਹਾਨੂੰ ਕਰੇਗਾ। ਤੇ ਸਾਧ ਸੰਗਤ ਭਾਈ ਗੁਰਦਾਸ ਜੀ ਨੇ ਨਾ ਮਨੁੱਖ ਨੂੰ ਸੋਝੀ ਦੇਣ ਦੇ ਲਈ 3 ਉਦਾਹਰਨਾਂ ਦਿੱਤੀਆਂ ਤੇ ਸਾਨੂੰ ਸਮਝਾਇਆ, ਭਲਿਓ ਜਿਸ ਸਤਿਗੁਰੂ ਨੇ ਤੁਹਾਡੇ ਲਈ ਸਾਰਾ ਕੁਝ ਕੁਰਬਾਨ ਕਰ ਦਿੱਤਾ, ਜਿਹੜਾ ਸਤਿਗੁਰੂ ਕਰੋੜਾਂ ਕਦਮਾਂ ਅੱਗੋਂ ਲੈਣ ਵਾਸਤੇ ਆਉਂਦਾ ਹੈ, ਉਹਦੇ ਨਾਲ ਪ੍ਰੀਤ ਕਿਉਂ ਨਹੀਂ ਬਣਾਉਂਦੇ ਭਾਈ? ਸਾਡੇ ਕੋਲੋਂ ਸਵਾਲ ਉਹਨਾਂ ਨੇ ਪੁੱਛਿਆ ਹੈ, ਸਾਡੇ ਸਾਹਮਣੇ ਰੱਖਿਆ ਸਵਾਲ, ਦੱਸੋ ਜਵਾਬ ਦਿਓ ਗੁਰਸਿੱਖੋ।
ਤੇ ਬੜੇ ਪਿਆਰੀਆਂ ਉਦਾਹਰਨਾਂ ਦਿੱਤੀਆਂ ਭਾਈ ਸਾਹਿਬ ਜੀ ਨੇ। ਭਾਈ ਸਾਹਿਬ ਕਹਿੰਦੇ ਨੇ ਦੀਵਾ ਜਗਦਾ ਹੋਵੇ ਤੇ ਪਤੰਗਾ ਉਸ ਰੋਸ਼ਨੀ ਨੂੰ, ਲਾਟ ਨੂੰ ਵੇਖ ਕੇ ਬੜੀ ਦੂਰੋਂ ਚੱਲ ਕੇ ਆ ਜਾਂਦਾ ਹੈ ਦੀਵੇ ਦੇ ਕੋਲ, ਤੇ ਦੀਵੇ ਦੀ ਲਾਟ ਦੇ ਬਿਲਕੁਲ ਨੇੜੇ ਹੋ ਕੇ ਜਦੋਂ ਉਹ ਆਸੇ-ਪਾਸੇ ਘੁੰਮਦਾ ਪਰਕਰਮਾ ਕਰਨੀਆਂ ਸ਼ੁਰੂ ਕਰ ਦਿੰਦਾ ਲਾਟ ਦੀਆਂ, ਤੇ ਪਰਕਰਮਾ ਕਰਦਿਆਂ ਕਰਦਿਆਂ ਆਪਾ ਕੁਰਬਾਨ ਕਰ ਦਿੰਦਾ ਲਾਟ ਦੇ ਉੱਪਰ। ਪਰ ਦੀਵੇ ਨੇ ਕਦੇ ਇੰਨਾ ਪ੍ਰੇਮ ਨਹੀਂ ਕੀਤਾ ਪਤੰਗੇ ਨਾਲ ਵੀ ਬੜੀ ਦੂਰੋਂ ਚੱਲ ਕੇ ਆਇਆ ਤੇ ਮੇਰੀਆਂ ਪਰਕਰਮਾ ਕਰੀ ਜਾਂਦਾ ਹੈ। ਇਹ ਪ੍ਰੀਤ ਇੱਕ ਪਾਸੜ ਹੈ। ਦੀਪਕ ਪੇ ਆਵਤ ਪਤੰਗ ਪ੍ਰੀਤ ਰੀਤ ਲੱਗ ਦੀਪ ਕੇ ਮਹਾਂ ਵਿਪਰੀਤ ਮਿਲੇ ਜਾ ਹੈ। ਕਹਿੰਦੇ ਪਤੰਗਾ ਪ੍ਰੀਤ ਕਰਕੇ ਬੜੀ ਦੂਰੋਂ ਉੱਡ ਕੇ ਆਇਆ, ਆ ਕੇ ਦੀਵੇ ਦੇ ਨੇੜੇ ਖੁਸ਼ ਹੋਇਆ, ਉਸ ਲਾਟ ਦੀਆਂ ਪਰਕਰਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਦੀਵੇ ਨੇ ਕੋਈ ਪਿਆਰ ਨਹੀਂ ਕੀਤਾ, ਸਾੜ ਕੇ ਰੱਖ ਦਿੱਤਾ। ਪਰ ਅੱਜ ਤੀਕ ਪਤੰਗਿਆਂ ਦੀ ਕਦੇ ਕਮੀ ਨਹੀਂ ਆਈ, ਪਤੰਗੇ ਦੀ ਪ੍ਰੀਤ ਕਦੇ ਵੀ ਨਹੀਂ ਘਟੀ, ਭਾਵੇਂ ਉਹਨੂੰ ਪਤਾ ਲੱਗ ਗਿਆ ਕਿ ਮੇਰੀ ਉੱਥੇ ਜਾ ਕੇ ਮੌਤ ਹੋ ਜਾਣੀ ਹੈ। ਪਰ ਅੱਜ ਵੀ ਰੋਸ਼ਨੀ ਦੇ ਵਿੱਚ ਵੇਖੋ ਕਿੰਨੇ ਪਤੰਗੇ ਆਉਂਦੇ ਨੇ ਲਾਟ ਤੇ ਆਪਾਂ ਕੁਰਬਾਨ ਕਰ ਦਿੰਦੇ, ਅੱਜ ਵੀ ਇਹ ਪ੍ਰੀਤ ਨਹੀਂ ਘਟੀ। ਉਸੇ ਤਰ੍ਹਾਂ ਹੀ ਹੈ, ਭਾਵੇਂ ਇੱਕ ਪਾਸੜ ਭਾਵੇਂ ਦੂਜੇ ਪਾਸੋਂ ਕੋਈ ਇਜ਼ਹਾਰ ਨਹੀਂ ਹੁੰਦਾ, ਪਰ ਪ੍ਰੀਤ ਵਿੱਚ ਕਮੀ ਨਹੀਂ ਆਈ। ਤੇ ਦੂਜੀ ਉਦਾਹਰਨ ਦਿੱਤੀ ਇੱਕ ਭਵਰੇ ਦੀ, ਅਲ ਚਲ ਆਵਲ ਕਮਲ ਪੈ ਸਨੇਹ ਕਰ ਬਾਂਧ ਸੰਪੁੰਟ ਪ੍ਰਾਣ ਪ੍ਰਹਾਰ ਹੈ। ਕਹਿੰਦੇ ਭਵਰਾ ਵੀ ਕਮਲ ਫੁੱਲ ਦੇ ਨਾਲ ਪ੍ਰੀਤ ਕਰਦਿਆਂ ਹੋਇਆਂ ਦੂਰੋਂ ਉੱਡ ਕੇ ਆਇਆ, ਕਮਲ ਫੁੱਲ ਦੇ ਵਿੱਚ ਮਕਰੰਦ ਵਿੱਚੋਂ ਸੁਗੰਧੀ ਲੈਂਦਾ, ਰਸ ਲੈਂਦਾ, ਬੜਾ ਪ੍ਰੇਮ ਕਰਦਾ ਕਮਲ ਦੇ ਫੁੱਲ ਦੇ ਨਾਲ। ਉਹ ਪ੍ਰੇਮ ਦੇ ਵਿੱਚ ਇੰਨਾ ਮਗਨ ਹੋ ਗਿਆ, ਰਸ ਇੰਨਾ ਮਾਣਦਾ ਰਿਹਾ ਕਿ ਉਹਨੂੰ ਪਤਾ ਨਹੀਂ ਲੱਗਿਆ ਕਿ ਸ਼ਾਮ ਪੈ ਗਈ ਹੈ, ਸੂਰਜ ਛਿਪ ਗਿਆ ਏ। ਤੇ ਜਦੋਂ ਸੂਰਜ ਛਿਪਦਾ ਕਮਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਨੇ ਤੇ ਭੌਰਾ ਵਿੱਚੇ ਘੁੱਟ ਕੇ ਦਮ ਤੋੜ ਗਿਆ, ਮਰ ਗਿਆ। ਪਰ ਅੱਜ ਤੀਕ ਭੰਵਰਿਆਂ ਦੀ ਕਮੀ ਨਹੀਂ ਹੈ, ਰੋਜ਼ ਆਉਂਦੇ ਨੇ, ਭਾਵੇਂ ਉਹ ਮਰ ਖਪ ਜਾਣ, ਪਰ ਇਸ ਪ੍ਰੀਤ ਵਿੱਚ ਕਦੇ ਕਮੀ ਨਹੀਂ ਆਈ। ਪਰ ਅੱਜ ਤੀਕ ਕਮਲ ਨੇ ਕਦੇ ਅੱਗੋਂ ਪ੍ਰੀਤ ਦਾ ਕੋਈ ਇਜ਼ਹਾਰ ਨਹੀਂ ਕੀਤਾ, ਕਦੇ ਤਰਸ ਨਹੀਂ ਕੀਤਾ ਕਿ ਭੰਵਰਾ ਕਿਤੇ ਮਰ ਨਾ ਜਾਏ, ਉਹਨੇ ਬਿਲਕੁਲ ਲਿਹਾਜ਼ ਨਹੀਂ ਕੀਤਾ। ਪਰ ਭਵਰੇ ਨੇ ਆਪਣੀ ਪ੍ਰੀਤ ਵਿੱਚ ਕਮੀ ਨਹੀਂ ਆਉਣ ਦਿੱਤੀ। ਤੇ ਤੀਜੀ ਉਦਾਹਰਨ ਵਿੱਚ ਭਾਈ ਸਾਹਿਬ ਕਹਿੰਦੇ ਨੇ, ਮਨ ਬਚ ਕਰਮ ਜਲ ਮੀਣ ਲਿਵਲੀਨ ਗਤ ਬਿਸ਼ਰਤ ਰਾਖ ਨਾ ਸਖਤ ਗਹਿ ਡਾਰ ਹੈ। ਕਹਿੰਦੇ ਇੱਕ ਮੱਛੀ ਮਨ ਕਰਕੇ, ਬਚਨਾ ਕਰਕੇ, ਕਰਮਾ ਕਰਕੇ ਪਾਣੀ ਨਾਲ ਹੀ ਪ੍ਰੀਤ ਕਰਦੀ ਹੈ, ਪਾਣੀ ਤੋਂ ਬਗੈਰ ਉਹਦੀ ਜ਼ਿੰਦਗੀ ਨਹੀਂ। ਪਰ ਕਦੇ ਪਾਣੀ ਨੇ ਮੱਛੀ ਨਾਲ ਪ੍ਰੀਤ ਨਹੀਂ ਕੀਤੀ। ਜੇ ਕੋਈ ਮਛੇਰਾ ਮੱਛੀ ਫੜਨ ਵਾਸਤੇ ਆਇਆ ਤੇ ਪਾਣੀ ਨੇ ਨਹੀਂ ਕਦੇ ਰੋਕਿਆ ਵੀ ਤੂੰ ਨਾ ਲੈ ਕੇ ਜਾ, ਇਹ ਤੇ ਮਰ ਜਾਏਗੀ ਵਿਚਾਰੀ, ਮੇਰੇ ਤੋਂ ਬਿਨਾਂ ਤੇ ਇਹਦਾ ਜੀਵਨ ਨਹੀਂ ਹੈ, ਮੇਰੇ ਕਰਕੇ ਜਿਉਂਦੀ ਹੈ। ਪਾਣੀ ਨੇ ਕਦੇ ਨਹੀਂ ਰੋਕਿਆ ਕਿਸੇ ਨੂੰ, ਪਾਣੀ ਨੇ ਕਦੇ ਅੱਗੋਂ ਪ੍ਰੀਤ ਦਾ ਇਜ਼ਹਾਰ ਨਹੀਂ ਕੀਤਾ। ਤੇ ਭਾਈ ਸਾਹਿਬ ਨੇ ਇਹ ਤਿੰਨ ਉਦਾਹਰਨਾਂ ਦਿੱਤੀਆਂ, ਪਤੰਗੇ ਦੀ ਗੱਲ ਕੀਤੀ, ਭੰਵਰੇ ਦੀ ਗੱਲ ਕੀਤੀ, ਮੱਛੀ ਦੀ ਗੱਲ ਕਰਨ ਤੋਂ ਬਾਅਦ ਭਾਈ ਸਾਹਿਬ ਫਿਰ ਅਖੀਰ ਦੇ ਵਿੱਚ ਗੁਰਸਿੱਖਾਂ ਦੇ ਸਾਹਮਣੇ ਇਹ ਸਵਾਲ ਰੱਖਦੇ, ਕੁਐਸਚਨ ਮਾਰਕ ਉਹਨਾਂ ਨੇ ਖੜਾ ਕੀਤਾ। ਕਹਿੰਦੇ ਦੁਖਦਾਈ ਪ੍ਰੀਤ ਕੀ ਪ੍ਰਤੀਤ ਕੇ ਮਰੇ ਨਾ ਟਰੇ। ਕਹਿੰਦੇ ਤਿੰਨਾਂ ਨੇ ਪ੍ਰੀਤ ਕੀਤੀ, ਪਰ ਇਹ ਪ੍ਰੀਤ ਵਿੱਚੋਂ ਕੋਈ ਸੁੱਖ ਨਹੀਂ ਮਿਲਿਆ ਉਹਨਾਂ ਨੂੰ। ਪਤੰਗਾ ਵੀ ਸੜ ਕੇ ਮਰ ਗਿਆ, ਭੌਰੇ ਦਾ ਦਮ ਘੁੱਟ ਗਿਆ, ਮੱਛੀ ਨੂੰ ਪਾਣੀ ਤੋਂ ਬਾਹਰ ਕੱਢਿਆ, ਪਾਣੀ ਨੇ ਕਿਸੇ ਨੂੰ ਰੋਕਿਆ ਨਹੀਂ। ਪਰ ਅੱਜ ਤੀਕ ਮੱਛੀ ਦੀ ਪ੍ਰੀਤ ਨਹੀਂ ਘਟੀ ਪਾਣੀ ਦੇ ਲਈ। ਦੁਖਦਾਈ ਪ੍ਰੀਤ ਕੀ ਪ੍ਰਤੀਤ ਕੇ ਮਰੇ ਨਾ ਟਰੇ, ਗੁਰ ਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਕਹਿੰਦੇ ਭਲਿਓ ਇਹਨਾਂ ਦੀ ਪ੍ਰੀਤ ਤੇ ਇੱਕ ਪਾਸੜ ਹੈ, ਪਤੰਗਾ ਪ੍ਰੀਤ ਕਰਦਾ, ਦੀਵੇ ਨੇ ਕਦੇ ਪ੍ਰੀਤ ਨਹੀਂ ਕੀਤੀ। ਮੱਛੀ ਪ੍ਰੀਤ ਕਰਦੀ ਪਾਣੀ ਨਾਲ, ਪਾਣੀ ਨੇ ਕਦੇ ਪ੍ਰੀਤ ਨਹੀਂ ਕੀਤੀ।
ਭੰਵਰਾ ਪ੍ਰੀਤ ਕਰਦਾ ਫੁੱਲ ਦੇ ਨਾਲ, ਕਦੇ ਫੁੱਲ ਨੇ ਪ੍ਰੇਮ ਦਾ ਇਜ਼ਹਾਰ ਨਹੀਂ ਕੀਤਾ। ਕਹਿੰਦੇ ਦੁਖਦਾਈ ਪ੍ਰੀਤ ਕੀ ਪ੍ਰਤੀਤ ਕੇ ਮਰੇ ਨਾ ਟਰੇ। ਕਹਿੰਦੇ ਦੁਖਦਾਈ ਪ੍ਰੀਤ ਹੈ, ਮਰ ਵੀ ਜਾਂਦੇ ਫਿਰ ਵੀ ਪਿਛਾਂ ਨਹੀਂ ਹਟਦੇ। ਗੁਰ ਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਕਹਿੰਦੇ ਸਿੱਖਾ ਤੂੰ ਗੁਰੂ ਨਾਲੋਂ ਕਿਉਂ ਨਾਤਾ ਤੋੜ ਲਿਆ, ਕਿਉਂ ਪਿੱਛੇ ਹੋ ਗਿਆ ਹੈ, ਕਿਉਂ ਬੇਮੁਖ ਹੋ ਗਿਆ ਹੈ। ਗੁਰੂ ਤੇ ਤੇਰੇ ਨਾਲ ਅਥਾਹ ਪਿਆਰ ਕਰਦਾ ਹੈ। ਗੁਰੂ ਦੀ ਪ੍ਰੀਤ ਤੇ ਸੁਖਦਾਈ ਹੈ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਲ ਪ੍ਰੀਤ ਕੀਤੀ, ਗੁਰੂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ। ਤੇ ਸਾਧ ਸੰਗਤ ਸਿੱਖਾਂ ਦੇ ਲਈ ਗੁਰੂ ਨੇ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ ਹੈ। ਕਿਤੇ ਇਤਿਹਾਸ ਪੜ੍ਹ ਕੇ ਵੇਖੋ, ਹੈਰਾਨ ਹੋ ਜਾਈਦਾ ਹੈ ਕਿ ਗੁਰਸਿੱਖਾਂ ਦੀ ਚੜ੍ਹਦੀ ਕਲਾ ਦੇ ਲਈ ਸੁਖੀ ਬਸੇ ਮੋਰੋ ਪਰਿਵਾਰਾਂ ਦੀ ਗੱਲ ਕਰਦਿਆਂ ਮਹਾਰਾਜ ਨੇ ਆਪਣਾ ਸਾਰਾ ਕੁਝ ਹੀ ਨਿਸ਼ਾਵਰ ਕਰ ਦਿੱਤਾ ਗੁਰਸਿੱਖਾਂ ਦੇ ਲਈ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਹਿ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਦੀ ਗੱਲ ਮਹਾਰਾਜ ਨੇ ਕੀਤੀ ਹੈ। ਤੇ ਭਾਈ ਸਾਹਿਬ ਕਹਿੰਦੇ ਗੁਰ ਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਭਲਿਓ ਜਿਸ ਗੁਰੂ ਨੇ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ, ਉਸ ਗੁਰੂ ਤੋਂ ਤੁਸੀਂ ਬੇਮੁਖ ਹੋ ਕੇ ਕੀ ਖੱਟ ਲਓਗੇ। ਉਸ ਗੁਰੂ ਨਾਲ ਪ੍ਰੀਤ ਕਿਉਂ ਨਹੀਂ ਕਰਦੇ। ਉਸ ਗੁਰੂ ਨਾਲ ਪ੍ਰੀਤ ਬਣਾਓ, ਉਸ ਗੁਰੂ ਦੇ ਚਰਨਾਂ ਨਾਲ ਜੁੜੋ ਤੇ ਤੁਹਾਡੇ ਇਹ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਣਗੇ। ਇਹ ਸਾਡੇ ਵਾਸਤੇ ਭਾਈ ਸਾਹਿਬ ਨੇ ਬੜੀਆਂ ਉਦਾਹਰਨਾਂ ਪੇਸ਼ ਕੀਤੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਅੰਦਰ ਜਦੋਂ ਪ੍ਰੇਮ ਪੈਦਾ ਹੋਇਆ ਤੇ ਐਸੇ ਰੱਬ ਦੇ ਪਿਆਰੇ ਜਿਹੜੇ ਰੱਬ ਦੇ ਮਿਲਾਪ ਵਿੱਚ ਸਹਾਈ ਹੁੰਦੇ, ਮਹਾਰਾਜ ਕਹਿੰਦੇ ਮੈਂ ਉਹਨਾਂ ਦੇ ਜਾ ਕੇ ਪੈਰੀਂ ਲੱਗਾ, ਚਰਨੀ ਲੱਗਾ ਤੇ ਮੈਂ ਬੇਨਤੀ ਕਰਾਂ ਕਿਰਪਾ ਕਰਕੇ ਮੇਰਾ ਵੀ ਮਿਲਾਪ ਕਰਵਾਓ। ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਮੈਨੂੰ ਇਸ ਗੱਲ ਦੀ ਸਮਝ ਪੈ ਗਈ ਹੈ, ਵਿਣ ਪ੍ਰਭ ਕਿਉਂ ਸੁਖ ਪਾਈਏ। ਕਹਿੰਦੇ ਪ੍ਰਭੂ ਤੋਂ ਬਿਨਾ, ਉਹਦੀ ਯਾਦ ਵਿੱਚ ਜੁੜੇ ਤੋਂ ਬਿਨਾ, ਉਹਦੇ ਨਾਲ ਪ੍ਰੀਤ ਬਣਾਏ ਤੋਂ ਬਿਨਾ ਜ਼ਿੰਦਗੀ ਵਿੱਚ ਕਦੇ ਵੀ ਆਤਮਿਕ ਸੁੱਖ ਪ੍ਰਾਪਤ ਨਹੀਂ ਹੁੰਦੇ। ਕੋਈ ਦੂਜੀ ਹੋਰ ਥਾਂ ਨਹੀਂ ਜਿੱਥੋਂ ਜਾ ਕੇ ਸਾਨੂੰ ਸੁੱਖ ਮਿਲਣ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਤੇ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਨਾਲ ਪ੍ਰੀਤ ਬਣਾ ਲਈ, ਇਸ ਪ੍ਰੇਮ ਰਸ ਨੂੰ, ਨਾਮ ਰਸ ਨੂੰ ਜਿਨ੍ਹਾਂ ਚਖਿਆ ਹੈ, ਉਹ ਤ੍ਰਿਪਤ ਹੋ ਗਏ ਨੇ। ਅਗਾਏ ਦਾ ਅਰਥ ਰੱਜ ਜਾਣਾ। ਕਹਿੰਦੇ ਉਹਨਾਂ ਦੀਆਂ ਸਾਰੀਆਂ ਭੁੱਖਾਂ ਹੀ ਖਤਮ ਹੋ ਗਈਆਂ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਉਹਨਾਂ ਦੀ ਹੁਣ ਕੋਈ ਭੁੱਖ ਨਹੀਂ ਰਹੀ। ਉਹ ਰੱਜ ਗਏ ਨੇ, ਤ੍ਰਿਪਤ ਹੋ ਗਏ ਨੇ, ਆਨੰਦਿਤ ਹੋ ਗਏ ਨੇ। ਆਪ ਤਿਆਗ ਬਿਨਤੀ ਕਰੈ ਲਹਿ ਪ੍ਰਭੂ ਲੜ ਲਾਏ। ਕਹਿੰਦੇ ਪ੍ਰਭੂ ਦੇ ਦਰ ਤੇ ਜਦੋਂ ਵੀ ਬੇਨਤੀ ਕਰੀਏ, ਆਪ ਤਿਆਗ, ਆਪਾ ਭਾਵ ਤਿਆਗ ਕੇ ਬੇਨਤੀ ਕਰਨੀ ਚਾਹੀਦੀ ਹੈ। ਬੜੀ ਨਿਮਰਤਾ ਦੇ ਨਾਲ ਅਰਦਾਸ ਕਰਨੀ ਚਾਹੀਦੀ ਹੈ। ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਵਾਹਿਗੁਰੂ ਜੀ ਮੈਂ ਤੇਰੇ ਦਰ ਤੇ ਆਇਆ, ਮੇਰਾ ਤੇ ਕੋਈ ਨਾਮ ਹੀ ਨਹੀਂ ਜਾਣਦਾ, ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨ ਜਿਨ ਤੂੰ ਨਾਹੀ ਵਿਸਰਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਕਹਿੰਦੇ ਇਉਂ ਦੀਨ ਹੋ ਕੇ, ਆਪਾ ਭਾਵ ਗਵਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰ। ਕਹਿੰਦੇ ਫਿਰ ਗੁਰੂ ਤਰੁੱਠਦਾ ਹੈ, ਗੁਰੂ ਕਿਰਪਾ ਕਰਦਾ ਹੈ, ਵਾਹਿਗੁਰੂ ਦੇ ਨਾਲ ਮੇਲ ਕਰਵਾਉਂਦਾ ਹੈ।
ਤੇ ਬੇਨਤੀ ਕੀਤੀ, ਲਿਹੋ ਪ੍ਰਭੂ ਲੜ ਲਾਏ। हे ਪ੍ਰਭੂ ਜੀ, ਸਾਨੂੰ ਆਪਣੇ ਲੜ ਲਾ ਲਓ, ਆਪਣੇ ਪੱਲੇ ਨਾ ਲਾ ਲਓ। ਤੇ ਮਹਾਰਾਜ ਅਖੀਰਲੇ ਬੰਦ ਵਿੱਚ ਕਹਿੰਦੇ ਨੇ, ਜੋ ਹਰ ਕੰਤ ਮਿਲਾਈਆਂ ਸੇ ਵਿਛੁੜ ਕਤੇ ਨਾ ਜਾਏ। ਕੰਤ ਕਹਿੰਦੇ ਪਤੀ ਨੂੰ, ਖਸਮ ਨੂੰ, ਮਾਲਕ ਨੂੰ। ਕਹਿੰਦੇ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਪਤੀ ਕੰਤ ਨੇ ਆਪਣੇ ਨਾਲ ਮਿਲਾ ਲਿਆ, ਸੇ ਵਿਛੜ ਕਤੇ ਨਾ ਜਾਏ। ਕਹਿੰਦੇ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਪੈਂਦਾ। ਉਹ ਸਦੀਵ ਕਾਲ ਪ੍ਰਭੂ ਚਰਨਾਂ ਨਾਲ ਜੁੜੇ ਰਹਿੰਦੇ ਨੇ। ਦੁਨੀਆ ਦੀ ਕੋਈ ਤਾਕਤ ਵੀ ਉਹਨਾਂ ਨੂੰ ਵਿਛੋੜ ਨਹੀਂ ਸਕਦੀ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਸਦੀਵੀ ਪ੍ਰਭੂ ਚਰਨਾਂ ਨਾਲ ਹੀ ਜੁੜੇ ਰਹਿੰਦੇ ਨੇ। ਉਹਨਾਂ ਦਾ ਕਦੇ ਵਿਛੋੜਾ ਨਹੀਂ ਪੈਂਦਾ। ਇਹ ਬੜੀ ਪਿਆਰੀ ਰੀਤ ਹੈ ਪਰਮੇਸ਼ਰ ਦੇ ਦਰ ਦੀ। ਜਿਹੜਾ ਇੱਕ ਵਾਰੀ ਉਹਦਾ ਹੋ ਗਿਆ, ਫਿਰ ਉਹ ਦੁਬਾਰਾ ਕਦੇ ਉਹਨੂੰ ਵਿਛੋੜਦਾ ਨਹੀਂ। ਤੇ ਮਹਾਰਾਜ ਕਹਿੰਦੇ ਨੇ, ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਪਰਮੇਸ਼ਰ ਤੋਂ ਬਿਨਾ, ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਅਜਿਹਾ ਨਹੀਂ ਹੈ ਜਿਹੜਾ ਸ਼ਰਨ ਆਇਆਂ ਦੀ ਲਾਜ ਪੱਤ ਰੱਖ ਸਕੇ। ਕਹਿੰਦੇ ਅਕਾਲ ਪੁਰਖ ਪਰਮੇਸ਼ਰ ਹੀ ਹੈ ਜਿਹੜਾ ਸ਼ਰਨ ਆਇਆਂ ਦੀ ਪੈਜ ਰੱਖਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਸ਼ਰਨ ਆਇਆਂ ਦੀ ਪੈਜ ਰੱਖਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਆਪ ਹੈ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ। ਤੇ ਅਸੂ ਦੇ ਮਹੀਨੇ ਦੇ ਰਾਹੀਂ ਹਜੂਰ ਇਹ ਉਪਦੇਸ਼ ਦਿੰਦੇ ਨੇ। ਕਹਿੰਦੇ ਉਹ ਜੀਵ ਰੂਪ ਇਸਤਰੀਆਂ ਸੁਖੀ ਵਸਦੀਆਂ ਹਨ ਜਿਨ੍ਹਾਂ ਮਾਇਆ ਹਰ ਰਾਏ। ਮਾਇਆ ਦਾ ਭਾਵ ਹੈ ਕਿਰਪਾ ਦ੍ਰਿਸ਼ਟੀ ਬਣੀ ਹੋਈ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ, ਉਹ ਜੀਵ ਰੂਪ ਇਸਤਰੀਆਂ ਅਸੂ ਦੇ ਮਹੀਨੇ ਵਿੱਚ ਸੁਖੀ ਵਸਦੀਆਂ ਨੇ। ਹੁਣ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਜੀਵਨ ਵਿੱਚ ਸਦੀਵ ਸੁਖ ਬਣੇ ਰਹਿਣ। ਤੇ ਸਾਡੀਆਂ ਸਭਨਾਂ ਦੀਆਂ ਅਰਦਾਸਾਂ ਵੀ ਸੁੱਖਾਂ ਵਾਸਤੇ ਹੁੰਦੀਆਂ ਨੇ। ਕਦੇ ਕਿਸੇ ਨੇ ਇਹ ਨਹੀਂ ਆਖਿਆ ਕਿ ਮੇਰੀ ਜ਼ਿੰਦਗੀ ਵਿੱਚ ਦੁੱਖ ਆ ਜਾਏ। ਅਸੀਂ ਸਾਰੇ ਸੁੱਖ ਮੰਗਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਬਾਣੀ ਵਿੱਚ ਕਹਿੰਦੇ, ਭਲਿਆ ਜੇ ਤੂੰ ਸੁੱਖ ਚਾਹਣਾ ਹੈ ਤਾਂ ਆ ਨੁਕਤੇ ਆਪਣੀ ਜ਼ਿੰਦਗੀ ਵਿੱਚ ਵਸਾ ਲੈ। ਜੇ ਲੋੜੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰੇ ਬਤਾਈ। ਕਹਿੰਦੇ ਪਹਿਲੀ ਗੱਲ, ਗੁਰਮੁਖਾਂ ਦੀ ਸੰਗਤ ਕਰਿਆ ਕਰ, ਰੱਬ ਦੇ ਪਿਆਰਿਆਂ ਦੀ, ਜੇ ਜ਼ਿੰਦਗੀ ਵਿੱਚ ਸੁੱਖ ਚਾਹਣਾ ਹੈ। ਤੇ ਦੂਜਾ ਕਰਮ ਕੀ ਕਰਨਾ ਹੈ? ਅਬਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਕਹਿੰਦੇ ਸਦਾ ਵਾਹਿਗੁਰੂ ਨੂੰ ਸਿਮਰਦਾ ਰਹੋ, ਗੁਰਮੁਖਾਂ ਦੀ ਸੰਗਤ ਕਰ ਤੇ ਵਾਹਿਗੁਰੂ ਦਾ ਸਿਮਰਨ ਕਰ। ਇਹ ਦੋ ਤਰੀਕੇ ਹਨ ਸੁੱਖ ਪ੍ਰਾਪਤ ਕਰਨ ਦੇ, ਜਿਹੜੇ ਬਾਣੀ ਨੇ ਦੱਸੇ ਨੇ। ਇਸ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਹੈ ਸੁੱਖ ਪ੍ਰਾਪਤੀ ਦਾ। ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਕਹਿੰਦੇ ਨਾ ਹੀ ਕੋਈ ਧਨ ਨਾਲ ਸੁਖੀ ਹੋਇਆ ਏ। ਜੇ ਕੋਈ ਆਖੇ ਵਿਦੇਸ਼ਾਂ ਵਿੱਚ ਜਾ ਕੇ ਕਮਾਈਆਂ ਕਰਕੇ ਸੁਖ ਪ੍ਰਾਪਤ ਕਰਾਂਗਾ, ਕਹਿੰਦੇ ਉਹ ਵੀ ਨਹੀਂ। ਬੜੇ ਲੋਕ ਵੇਖੇ ਵੱਡੇ ਵੱਡੇ ਕਾਰੋਬਾਰੀ ਅਮੀਰ ਲੋਕ ਨਿਰਾਸ਼ ਹੋ ਕੇ ਆਤਮ ਹੱਤਿਆ ਕਰ ਲੈਂਦੇ, ਜ਼ਿੰਦਗੀ ਵਿੱਚ ਨਿਰਾਸ਼ ਹੋ ਜਾਂਦੇ ਨੇ। ਪਰ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ, ਰੱਬ ਦੀ ਬੰਦਗੀ ਕੀਤੀ, ਜਿਨ੍ਹਾਂ ਦੇ ਜੀਵਨ ਵਿੱਚ ਸਬਰ ਤੇ ਸ਼ੁਕਰ ਆ ਗਿਆ, ਉਹ ਸਦੀਵ ਸੁਖੀ ਰਹਿੰਦੇ ਨੇ। ਮਹਾਰਾਜ ਕਹਿੰਦੇ ਅਸੂ ਸੁਖੀ ਵਸੰਦੀਆਂ। ਅਸੂ ਦੇ ਮਹੀਨੇ ਰਾਹੀਂ ਮਹਾਰਾਜ ਕਹਿੰਦੇ ਉਹ ਜੀਵ ਰੂਪ ਇਸਤਰੀਆਂ ਸੁਖੀ ਵਸਦੀਆਂ ਨੇ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ, ਜਿਨ੍ਹਾਂ ਉੱਪਰ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ। ਸਤਿਗੁਰੂ ਤਰਸ ਕਰਨ। ਆਪਾਂ ਸਾਰੇ ਜੀਵ ਰੂਪ ਇਸਤਰੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੈਠੇ ਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾ ਬਸੀਠ। ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ
ਜਿਨ੍ਹਾਂ ਤੁਰੇ ਪਿਆ ਸੰਜੋਗ। ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵੀ ਗੁਰਮੁਖਾਂ ਦੀ ਸੰਗਤ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਸਾਡਾ ਵੀ ਇਹ ਜੀਵਨ ਜਿਹੜਾ ਹੈ ਸਤਿਗੁਰੂ ਸੁਹੇਲਾ ਕਰਨ। ਸਤਿਗੁਰਾਂ ਦੇ ਚਰਨਾਂ ਵਿੱਚ ਇਹੋ ਹੀ ਅਰਦਾਸ ਕਰੀਏ, ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨਾ ਚਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ